ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਕਰੋਨਾ ਦੀ ਦੂਸਰੀ ਵੇਵ ਤੇ ਕਰੋਨਾ ਦੀ ਦੂਸਰੀ ਵੇਵ ਨਾਲ ਅਸੀਂ ਭਾਰਤ ਵਾਸੀਆਂ ਦੀ ਲੜਾਈ ਜਾਰੀ ਏ। ਦੁਨੀਆ ਦੇ ਅਨੇਕਾਂ ਦੇਸ਼ਾਂ ਵਾਂਗ ਭਾਰਤ ਵੀ ਇਸ ਲੜਾਈ ਦੌਰਾਨ ਬਹੁਤ ਵੱਡੀ ਪੀੜਾ 'ਚੋਂ ਲੰਘਿਆ ਏ। ਸਾਡੇ 'ਚੋਂ ਕਈ ਲੋਕਾਂ ਨੇ ਆਪਣੇ ਪਿਆਰਿਆਂ ਨੂੰ, ਆਪਣੇ ਪਰਿਚਿਤਾਂ ਨੂੰ ਗੁਆਇਆ ਏ। ਐਸੇ ਸਾਰੇ ਪਰਿਵਾਰਾਂ ਨਾਲ ਮੇਰੀਆਂ ਪੂਰੀਆਂ ਸੰਵੇਦਨਾਵਾਂ ਨੇ। ਸਾਥੀਓ, ਬੀਤੇ 100 ਵਰ੍ਹਿਆਂ 'ਚ ਆਈ ਇਹ ਸਭ ਤੋਂ ਵੱਡੀ ਮਹਾਮਾਰੀ ਏ, ਤਰਾਸਦੀ ਏ। ਇਸ ਤਰ੍ਹਾਂ ਦੀ ਮਹਾਮਾਰੀ ਅਜੋਕੇ ਵਿਸ਼ਵ ਨੇ ਨਾ ਵੇਖੀ ਸੀ, ਨਾ ਮਹਿਸੂਸ ਕੀਤੀ ਸੀ। ਇੰਨੀ ਵੱਡੀ ਵੈਸ਼ਵਿਕ ਮਹਾਮਾਰੀ ਨਾਲ ਸਾਡਾ ਦੇਸ਼ ਕਈ ਮੋਰਚਿਆਂ ਉੱਤੇ ਇਕੱਠੇ ਨਾਲੋਂ ਨਾਲ ਲੜਿਆ ਏ। ਕੋਵਿਡ ਹਸਪਤਾਲ ਬਣਾਉਣ ਤੋਂ ਲੈ ਕੇ ICU ਬੈੱਡਜ਼ ਦੀ ਗਿਣਤੀ ਵਧਾਉਣੀ ਹੋਵੇ, ਭਾਰਤ 'ਚ ਵੈਂਟੀਲੇਟਰ ਬਣਾਉਣ ਤੋਂ ਲੈ ਕੇ ਟੈਸਟਿੰਗ ਲੈਬਜ਼ ਦਾ ਇੱਕ ਬਹੁਤ ਵੱਡਾ ਨੈੱਟਵਰਕ ਤਿਆਰ ਕਰਨਾ ਹੋਵੇ, ਕੋਵਿਡ ਨਾਲ ਲੜਨ ਲਈ ਬੀਤੇ ਸਵਾ ਸਾਲ ਵਿੱਚ ਦੇਸ਼ 'ਚ ਇੱਕ ਨਵਾਂ ਹੈਲਥ ਇੰਫਰਾਸਟ੍ਰਕਚਰ ਤਿਆਰ ਕੀਤਾ ਗਿਆ ਏ। ਸੈਕਿੰਡ ਵੇਵ ਦੇ ਦੌਰਾਨ ਅਪ੍ਰੈਲ ਤੇ ਮਈ ਮਹੀਨੇ 'ਚ ਭਾਰਤ 'ਚ ਮੈਡੀਕਲ ਆਕਸੀਜਨ ਦੀ ਡਿਮਾਂਡ ਅਕਲਪਨੀय ਰੂਪ ਨਾਲ ਵੱਧ ਗਈ ਸੀ। ਭਾਰਤ ਦੇ ਇਤਿਹਾਸ 'ਚ ਕਦੇ ਵੀ ਇੰਨੀ ਮਾਤਰਾ 'ਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਕਦੇ ਵੀ ਮਹਿਸੂਸ ਨਹੀਂ ਕੀਤੀ ਗਈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਯੁੱਧ ਸਤਰ 'ਤੇ ਕੰਮ ਕੀਤਾ ਗਿਆ। ਸਰਕਾਰ ਦੇ ਸਾਰੇ ਤੰਤਰ ਲੱਗੇ, ਆਕਸੀਜਨ ਰੇਲ ਚਲਾਈ ਗਈ, ਏਅਰ ਫੋਰਸ ਦੇ ਵਿਮਾਨਾਂ ਨੂੰ ਲਾਇਆ ਗਿਆ, ਨੌ ਸੈਨਾ ਨੂੰ ਲਾਇਆ ਗਿਆ। ਬਹੁਤ ਹੀ ਘੱਟ ਸਮੇਂ 'ਚ ਲਿਕੁਇਡ ਮੈਡੀਕਲ ਆਕਸੀਜਨ ਦੀ ਪ੍ਰੋਡਕਸ਼ਨ 'ਚ 10 ਗੁਣਾ ਤੋਂ ਜ਼ਿਆਦਾ ਵਾਧਾ ਕੀਤਾ ਗਿਆ। ਦੁਨੀਆ ਦੇ ਹਰ ਕੋਨੇ 'ਚੋਂ ਜਿੱਥੋਂ ਕਿਤੋਂ ਵੀ ਜੋ ਕੁਝ ਵੀ ਉਪਲਬਧ ਹੋ ਸਕਦਾ ਸੀ, ਉਸ ਨੂੰ ਪ੍ਰਾਪਤ ਕਰਨ ਦਾ ਭਰਪੂਰ ਯਤਨ ਕੀਤਾ ਗਿਆ, ਲਿਆਇਆ ਗਿਆ। ਇਸੇ ਤਰ੍ਹਾਂ ਜ਼ਰੂਰੀ ਦਵਾਈਆਂ ਦੀ ਪ੍ਰੋਡਕਸ਼ਨ ਨੂੰ ਕਈ ਗੁਣਾ ਵਧਾਇਆ ਗਿਆ। ਵਿਦੇਸ਼ਾਂ 'ਚ ਜਿੱਥੇ ਵੀ ਦਵਾਈਆਂ ਮੌਜੂਦ ਹੋਣ, ਉੱਥੋਂ ਉਨ੍ਹਾਂ ਨੂੰ ਲਿਆਉਣ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਗਈ। ਸਾਥੀਓ, ਕਰੋਨਾ ਜਿਹੇ ਨਾ ਦਿਖਣ ਵਾਲੇ ਤੇ ਰੂਪ ਬਦਲਣ ਵਾਲੇ ਦੁਸ਼ਮਣ ਦੇ ਖਿਲਾਫ ਲੜਾਈ 'ਚ ਸਭ ਤੋਂ ਪ੍ਰਭਾਵੀ ਹਥਿਆਰ ਕੋਵਿਡ ਪ੍ਰੋਟੋਕਾਲ ਏ। ਮਾਸਕ, 2 ਗਜ਼ ਦੀ ਦੂਰੀ ਤੇ ਬਾਕੀ ਸਾਰੀਆਂ ਸਾਵਧਾਨੀਆਂ, ਇਹਨਾਂ ਦੀ ਪਾਲਣਾ ਹੀ ਏ। ਇਸ ਲੜਾਈ 'ਚ ਵੈਕਸੀਨ ਸਾਡੇ ਲਈ ਸੁਰੱਖਿਆ ਕਵਚ ਦੀ ਤਰ੍ਹਾਂ ਏ। ਅੱਜ ਪੂਰੇ ਵਿਸ਼ਵ ਵਿੱਚ ਵੈਕਸੀਨ ਲਈ ਜੋ ਮੰਗ ਏ, ਉਸ ਦੀ ਤੁਲਨਾ 'ਚ ਉਤਪਾਦਨ ਕਰਨ ਵਾਲੇ ਦੇਸ਼ ਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਬਹੁਤ ਘੱਟ ਨੇ, ਗਿਣੀਆਂ ਚੁਣੀਆਂ ਨੇ। ਕਲਪਨਾ ਕਰੋ ਕਿ ਅਜੇ ਸਾਡੇ ਕੋਲ ਭਾਰਤ 'ਚ ਬਣੀ ਵੈਕਸੀਨ ਨਹੀਂ ਹੁੰਦੀ ਤਾਂ ਅੱਜ ਭਾਰਤ ਵਰਗੇ ਵਿਸ਼ਾਲ ਦੇਸ਼ 'ਚ ਕੀ ਹੁੰਦਾ। ਤੁਸੀਂ ਪਿਛਲੇ 50-60 ਸਾਲ ਦਾ ਇਤਿਹਾਸ ਵੇਖੋਗੇ ਤਾਂ ਪਤਾ ਲੱਗੇਗਾ ਕਿ ਭਾਰਤ ਨੂੰ ਵਿਦੇਸ਼ਾਂ ਤੋਂ ਵੈਕਸੀਨ ਪ੍ਰਾਪਤ ਕਰਨ 'ਚ ਦਹਾਕੇ ਲੱਗ ਜਾਂਦੇ ਸਨ। ਵਿਦੇਸ਼ਾਂ 'ਚ ਵੈਕਸੀਨ ਦਾ ਕੰਮ ਪੂਰਾ ਹੋ ਜਾਂਦਾ ਸੀ ਤਾਂ ਵੀ ਸਾਡੇ ਦੇਸ਼ 'ਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਵੀ ਨਹੀਂ ਹੋ ਪਾਉਂਦਾ ਸੀ। ਪੋਲੀਓ ਦੀ ਵੈਕਸੀਨ ਹੋਵੇ, ਸਮਾਲ ਪੌਕਸ ਜਾਂ ਪਿੰਡ 'ਚ ਅਸੀਂ ਇਸ ਨੂੰ ਚੇਚਕ ਕਹਿੰਦੇ ਹਾਂ, ਚੇਚਕ ਦੀ ਵੈਕਸੀਨ ਹੋਵੇ, ਹੈਪੇਟਾਈਟਸ B ਦੀ ਵੈਕਸੀਨ ਹੋਵੇ, ਇਹਨਾਂ ਲਈ ਸਾਡੇ ਦੇਸ਼ ਵਾਸੀਆਂ ਨੇ ਦਹਾਕਿਆਂ ਤੱਕ ਇੰਤਜ਼ਾਰ ਕੀਤਾ ਸੀ। ਜਦੋਂ 2014 'ਚ ਦੇਸ਼ ਵਾਸੀਆਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਭਾਰਤ ਵਿੱਚ ਵੈਕਸੀਨੇਸ਼ਨ ਦਾ ਕਵਰੇਜ 2014 'ਚ ਸਿਰਫ 60% ਦੇ ਆਸ-ਪਾਸ ਸੀ ਤੇ ਸਾਡੀ ਨਜ਼ਰ 'ਚ ਇਹ ਬਹੁਤ ਚਿੰਤਾ ਦੀ ਗੱਲ ਸੀ। ਜਿਸ ਰਫ਼ਤਾਰ ਨਾਲ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਸੀ, ਉਸ ਰਫ਼ਤਾਰ ਨਾਲ ਦੇਸ਼ ਨੂੰ 100% ਟੀਕਾਕਰਨ ਦਾ ਟੀਚਾ ਹਾਸਲ ਕਰਨ 'ਚ ਤਕਰੀਬਨ 40 ਸਾਲ ਲੱਗ ਜਾਂਦੇ। ਅਸੀਂ ਇਸ ਸਮੱਸਿਆ ਦੇ ਹੱਲ ਲਈ ਮਿਸ਼ਨ ਇੰਦਰਧਨੁਸ਼ ਨੂੰ ਲਾਂਚ ਕੀਤਾ। ਅਸੀਂ ਤੈਅ ਕੀਤਾ ਕਿ ਮਿਸ਼ਨ ਇੰਦਰਧਨੁਸ਼ ਦੇ ਜ਼ਰੀਏ ਯੁੱਧ ਸਤਰ 'ਤੇ ਵੈਕਸੀਨੇਸ਼ਨ ਕੀਤਾ ਜਾਏਗਾ ਤੇ ਦੇਸ਼ 'ਚ ਜਿਸ ਨੂੰ ਵੀ ਵੈਕਸੀਨੇਸ਼ਨ ਦੀ ਜ਼ਰੂਰਤ ਏ, ਉਸ ਨੂੰ ਵੈਕਸੀਨ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਅਸੀਂ ਮਿਸ਼ਨ ਮੋਡ 'ਤੇ ਕੰਮ ਕੀਤਾ ਤੇ ਸਿਰਫ 5-6 ਸਾਲਾਂ 'ਚ ਹੀ ਵੈਕਸੀਨੇਸ਼ਨ ਕਵਰੇਜ 60% ਤੋਂ ਵੱਧ ਕੇ 90% ਤੋਂ ਵੀ ਜ਼ਿਆਦਾ ਹੋ ਗਈ। 60 ਤੋਂ 90 ਯਾਨੀ ਅਸੀਂ ਵੈਕਸੀਨੇਸ਼ਨ ਦੀ ਸਪੀਡ ਵੀ ਵਧਾਈ ਤੇ ਦਾਇਰਾ ਵੀ ਵਧਾਇਆ।
ਅਸੀਂ ਬੱਚਿਆਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਕਈ ਨਵੇਂ ਟੀਕਿਆਂ ਨੂੰ ਵੀ ਭਾਰਤ ਦੇ ਟੀਕਾਕਰਨ ਅਭਿਆਨ ਦਾ ਹਿੱਸਾ ਬਣਾ ਦਿੱਤਾ। ਅਸੀਂ ਇਹ ਇਸ ਲਈ ਕੀਤਾ ਕਿਉਂਕਿ ਸਾਨੂੰ ਸਾਡੇ ਦੇਸ਼ ਦੇ ਬੱਚਿਆਂ ਦੀ ਚਿੰਤਾ ਸੀ, ਗਰੀਬ ਦੀ ਚਿੰਤਾ ਸੀ, ਗਰੀਬਾਂ ਦੇ ਉਹਨਾਂ ਬੱਚਿਆਂ ਦੀ ਚਿੰਤਾ ਸੀ ਜਿਨ੍ਹਾਂ ਨੂੰ ਕਦੇ ਵੀ ਟੀਕਾ ਲੱਗ ਨਹੀਂ ਸੀ ਪਾਇਆ। ਅਸੀਂ 100% ਟੀਕਾ ਕਵਰੇਜ ਦੇ ਵੱਲ ਵਧ ਰਹੇ ਸੀ ਕਿ ਕਰੋਨਾ ਵਾਇਰਸ ਨੇ ਸਾਨੂੰ ਘੇਰ ਲਿਆ। ਦੇਸ਼ ਹੀ ਨਹੀਂ, ਦੁਨੀਆ ਦੇ ਸਾਹਮਣੇ ਫਿਰ ਪੁਰਾਣੀਆਂ ਆਸ਼ੰਕਾਵਾਂ ਮੰਡਰਾਉਣ ਲੱਗੀਆਂ ਕਿ ਹੁਣ ਭਾਰਤ ਕਿਸ ਤਰ੍ਹਾਂ ਇੰਨੀ ਵੱਡੀ ਆਬਾਦੀ ਨੂੰ ਬਚਾ ਪਾਏਗਾ। ਪਰ ਸਾਥੀਓ, ਜਦੋਂ ਨੀਅਤ ਸਾਫ਼ ਹੁੰਦੀ ਏ, ਨੀਤੀ ਸਪਸ਼ਟ ਹੁੰਦੀ ਏ, ਲਗਾਤਾਰ ਮਿਹਨਤ ਹੁੰਦੀ ਏ ਤਾਂ ਨਤੀਜੇ ਵੀ ਮਿਲਦੇ ਨੇ। ਹਰ ਆਸ਼ੰਕਾ ਨੂੰ ਦਰਕਿਨਾਰ ਕਰਕੇ ਭਾਰਤ ਨੇ 1 ਸਾਲ ਦੇ ਅੰਦਰ ਹੀ ਇੱਕ ਨਹੀਂ ਸਗੋਂ 2 ਮੇਡ ਇਨ ਇੰਡੀਆ ਵੈਕਸੀਨਜ਼ ਲਾਂਚ ਕਰ ਦਿੱਤੀਆਂ। ਸਾਡੇ ਦੇਸ਼ ਨੇ, ਦੇਸ਼ ਦੇ ਵਿਗਿਆਨਿਕਾਂ ਨੇ ਇਹ ਵਿਖਾ ਦਿੱਤਾ ਕਿ ਭਾਰਤ ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਦੇਸ਼ 'ਚ 23 ਕਰੋੜ ਤੋਂ ਵੀ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਸਾਥੀਓ, ਸਾਡੇ ਇੱਥੇ ਕਿਹਾ ਜਾਂਦਾ ਏ, ਵਿਸ਼ਵਾਸੇਨ ਸਿੱਧੀ, ਯਾਨੀ ਸਾਡੇ ਯਤਨਾਂ 'ਚ ਸਾਨੂੰ ਸਫਲਤਾ ਉਦੋਂ ਮਿਲਦੀ ਏ ਜਦੋਂ ਸਾਨੂੰ ਆਪਣੇ ਆਪ ਉੱਤੇ ਯਕੀਨ ਹੁੰਦਾ ਏ। ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਵਿਗਿਆਨਿਕ ਬਹੁਤ ਹੀ ਘੱਟ ਸਮੇਂ 'ਚ ਵੈਕਸੀਨ ਬਣਾਉਣ 'ਚ ਸਫਲਤਾ ਹਾਸਲ ਕਰ ਲੈਣਗੇ। ਇਸੇ ਵਿਸ਼ਵਾਸ ਦੇ ਚਲਦੇ ਜਦੋਂ ਸਾਡੇ ਵਿਗਿਆਨਿਕ ਆਪਣਾ ਰਿਸਰਚ ਵਰਕ ਕਰ ਹੀ ਰਹੇ ਸਨ, ਉਦੋਂ ਹੀ ਅਸੀਂ ਲੌਜਿਸਟਿਕਸ ਤੇ ਦੂਜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਸਾਲ ਅਪ੍ਰੈਲ 'ਚ ਜਦੋਂ ਕਰੋਨਾ ਦੇ ਕੁਝ ਹਜ਼ਾਰ ਹੀ ਕੇਸ ਸਨ, ਉਸੇ ਸਮੇਂ ਵੈਕਸੀਨ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ ਸੀ। ਭਾਰਤ 'ਚ ਭਾਰਤ ਲਈ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੇ ਹਰ ਤਰ੍ਹਾਂ ਨਾਲ ਸਪੋਰਟ ਕੀਤਾ। ਵੈਕਸੀਨ ਨਿਰਮਾਤਾਵਾਂ ਨੂੰ ਕਲੀਨਿਕਲ ਟ੍ਰਾਇਲ 'ਚ ਮਦਦ ਕੀਤੀ ਗਈ। ਰਿਸਰਚ ਤੇ ਡਿਵੈਲਪਮੈਂਟ ਲਈ ਜ਼ਰੂਰੀ ਫੰਡ ਦਿੱਤਾ ਗਿਆ। ਹਰ ਲੈਵਲ 'ਤੇ ਸਰਕਾਰ ਉਨ੍ਹਾਂ ਨਾਲ ਮੋਢਾ ਮਿਲਾ ਕੇ ਚੱਲੀ। ਆਤਮ ਨਿਰਭਰ ਭਾਰਤ ਪੈਕੇਜ ਦੇ ਤਹਿਤ ਮਿਸ਼ਨ ਕੋਵਿਡ ਸੁਰੱਖਿਆ ਦੇ ਜ਼ਰੀਏ ਵੀ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਮੁਹੱਈਆ ਕਰਵਾਏ ਗਏ। ਪਿਛਲੇ ਕਾਫੀ ਸਮੇਂ ਤੋਂ ਦੇਸ਼ ਲਗਾਤਾਰ ਜੋ ਕੋਸ਼ਿਸ਼ ਤੇ ਮਿਹਨਤ ਕਰ ਰਿਹਾ ਏ, ਉਸ ਨਾਲ ਆਉਣ ਵਾਲੇ ਦਿਨਾਂ 'ਚ ਵੈਕਸੀਨ ਦੀ ਸਪਲਾਈ ਹੋਰ ਵੀ ਜ਼ਿਆਦਾ ਵਧਣ ਵਾਲੀ ਏ। ਅੱਜ ਦੇਸ਼ ਵਿੱਚ 7 ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਕਸੀਨਜ਼ ਦੀ ਪ੍ਰੋਡਕਸ਼ਨ ਕਰ ਰਹੀਆਂ ਨੇ। 3 ਹੋਰ ਵੈਕਸੀਨ ਦਾ ਟ੍ਰਾਇਲ ਵੀ ਐਡਵਾਂਸ ਸਟੇਜ ਵਿੱਚ ਚੱਲ ਰਿਹਾ ਏ। ਵੈਕਸੀਨਜ਼ ਦੀ ਉਪਲਬਧਤਾ ਵਧਾਉਣ ਲਈ ਦੂਸਰੇ ਦੇਸ਼ਾਂ ਦੀਆਂ ਕੰਪਨੀਆਂ ਤੋਂ ਵੀ ਵੈਕਸੀਨ ਖਰੀਦਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਏ। ਇੱਧਰ ਹਾਲ ਦੇ ਦਿਨਾਂ 'ਚ ਕੁਝ ਐਕਸਪਰਟਸ ਦੁਆਰਾ ਸਾਡੇ ਬੱਚਿਆਂ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਏ। ਇਸ ਦਿਸ਼ਾ 'ਚ 2 ਵੈਕਸੀਨਜ਼ ਦਾ ਟ੍ਰਾਇਲ ਤੇਜ਼ੀ ਨਾਲ ਚੱਲ ਰਿਹਾ ਏ। ਇਸ ਤੋਂ ਇਲਾਵਾ ਹੁਣੇ ਦੇਸ਼ ਵਿੱਚ ਇੱਕ ਨੇਜ਼ਲ ਵੈਕਸੀਨ 'ਤੇ ਵੀ ਰਿਸਰਚ ਜਾਰੀ ਏ। ਇਹਨੂੰ ਸਿਰਿੰਜ ਨਾਲ ਨਾ ਦੇ ਕੇ ਨੱਕ ਰਾਹੀਂ ਸਪਰੇਅ ਕੀਤਾ ਜਾਏਗਾ। ਦੇਸ਼ ਨੂੰ ਜੇਕਰ ਨੇੜਲੇ ਭਵਿੱਖ ਵਿੱਚ ਇਸ ਵੈਕਸੀਨ 'ਤੇ ਸਫਲਤਾ ਮਿਲਦੀ ਏ ਤਾਂ ਇਸ ਨਾਲ ਭਾਰਤ ਦੇ ਵੈਕਸੀਨ ਅਭਿਆਨ ਵਿੱਚ ਹੋਰ ਜ਼ਿਆਦਾ ਤੇਜ਼ੀ ਆਏਗੀ। ਸਾਥੀਓ, ਇੰਨੇ ਘੱਟ ਸਮੇਂ 'ਚ ਵੈਕਸੀਨ ਬਣਾਉਣਾ ਆਪਣੇ ਆਪ ਵਿੱਚ ਪੂਰੀ ਮਾਨਵਤਾ ਲਈ ਬਹੁਤ ਵੱਡੀ ਪ੍ਰਾਪਤੀ ਏ। ਪਰ ਇਹਦੀਆਂ ਆਪਣੀਆਂ ਹੱਦਾਂ ਵੀ ਨੇ। ਵੈਕਸੀਨ ਬਣਨ ਤੋਂ ਬਾਅਦ ਵੀ ਦੁਨੀਆ ਦੇ ਬਹੁਤ ਘੱਟ ਦੇਸ਼ਾਂ ਵਿੱਚ ਟੀਕਾਕਰਨ ਸ਼ੁਰੂ ਹੋਇਆ ਤੇ ਜ਼ਿਆਦਾਤਰ ਸਮਰੱਥ ਮੁਲਕਾਂ 'ਚ ਹੀ ਸ਼ੁਰੂ ਹੋਇਆ। WHO ਨੇ ਟੀਕਾਕਰਨ ਨੂੰ ਲੈ ਕੇ ਹਿਦਾਇਤਾਂ ਵੀ ਦਿੱਤੀਆਂ। ਵਿਗਿਆਨੀਆਂ ਨੇ ਟੀਕਾਕਰਨ ਦੀ ਰੂਪਰੇਖਾ ਬਣਾਈ ਤੇ ਭਾਰਤ ਨੇ ਵੀ ਜੋ ਬਾਕੀ ਦੇਸ਼ਾਂ ਦੀ ਬੈਸਟ ਪ੍ਰੈਕਟਿਸਿਸ ਸੀ, ਵਿਸ਼ਵ ਸਿਹਤ ਸੰਸਥਾ ਦੇ ਮਾਨਕ ਸੀ, ਉਸੇ ਆਧਾਰ 'ਤੇ ਕ੍ਰਮਬੱਧ ਤਰੀਕੇ ਨਾਲ ਟੀਕਾਕਰਨ ਕਰਨਾ ਤੈਅ ਕੀਤਾ। ਕੇਂਦਰ ਸਰਕਾਰ ਨੇ ਮੁੱਖ ਮੰਤਰੀਆਂ ਨਾਲ ਹੋਈਆਂ ਅਨੇਕ ਬੈਠਕਾਂ 'ਚੋਂ ਜੋ ਸੁਝਾਅ ਮਿਲੇ, ਸੰਸਦ ਦੇ ਵੱਖ-ਵੱਖ ਦਲਾਂ ਦੇ ਸਾਥੀਆਂ ਵੱਲੋਂ ਜੋ ਸੁਝਾਅ ਮਿਲੇ, ਉਨ੍ਹਾਂ ਦਾ ਵੀ ਪੂਰਾ ਧਿਆਨ ਰੱਖਿਆ। ਇਸ ਤੋਂ ਬਾਅਦ ਹੀ ਇਹ ਤੈਅ ਹੋਇਆ ਕਿ ਜਿਨ੍ਹਾਂ ਨੂੰ ਕਰੋਨਾ ਤੋਂ ਜ਼ਿਆਦਾ ਖਤਰਾ ਏ, ਉਨ੍ਹਾਂ ਨੂੰ ਪਹਿਲ ਦਿੱਤੀ ਜਾਏਗੀ। ਇਸ ਲਈ ਹੀ ਹੈਲਥ ਵਰਕਰਜ਼, ਫਰੰਟ ਲਾਈਨ ਵਰਕਰਜ਼, 60 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਨਾਗਰਿਕ, ਬਿਮਾਰੀਆਂ ਨਾਲ ਪੀੜਿਤ,
45 ਸਾਲ ਤੋਂ ਜ਼ਿਆਦਾ ਉਮਰ ਦੇ ਨਾਗਰਿਕ, ਇਹਨਾਂ ਸਾਰਿਆਂ ਨੂੰ ਵੈਕਸੀਨ ਪਹਿਲਾਂ ਲੱਗਣੀ ਸ਼ੁਰੂ ਹੋਈ। ਤੁਸੀਂ ਸੋਚ ਸਕਦੇ ਹੋ ਕਿ ਜੇ ਕਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ ਸਾਡੇ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ? ਸੋਚੋ, ਸਾਡੇ ਡਾਕਟਰ, ਨਰਸਿੰਗ ਸਟਾਫ ਨੂੰ ਜੇ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ? ਹਸਪਤਾਲਾਂ 'ਚ ਸਫਾਈ ਕਰਨ ਵਾਲੇ ਸਾਡੇ ਭੈਣ ਭਰਾਵਾਂ ਨੂੰ, ਐਂਬੂਲੈਂਸ ਦੇ ਡਰਾਈਵਰਾਂ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ? ਜ਼ਿਆਦਾ ਤੋਂ ਜ਼ਿਆਦਾ ਸਿਹਤ ਕਰਮੀਆਂ ਦਾ ਟੀਕਾਕਰਨ ਹੋਣ ਦੀ ਵਜ੍ਹਾ ਨਾਲ ਹੀ ਉਹ ਨਿਸ਼ਚਿੰਤ ਹੋ ਕੇ ਦੂਜਿਆਂ ਦੀ ਸੇਵਾ 'ਚ ਲੱਗ ਸਕੇ, ਲੱਖਾਂ ਦੇਸ਼ ਵਾਸੀਆਂ ਦੀ ਜ਼ਿੰਦਗੀ ਬਚਾ ਸਕੇ। ਪਰ ਦੇਸ਼ ਵਿੱਚ ਘੱਟ ਹੁੰਦੇ ਕਰੋਨਾ ਦੇ ਮਾਮਲਿਆਂ 'ਚ ਕੇਂਦਰ ਸਰਕਾਰ ਦੇ ਸਾਹਮਣੇ ਵੱਖ-ਵੱਖ ਸੁਝਾਅ ਵੀ ਆਉਣ ਲੱਗੇ, ਵੱਖ-ਵੱਖ ਮੰਗਾਂ ਹੋਣ ਲੱਗੀਆਂ। ਪੁੱਛਿਆ ਜਾਣ ਲੱਗਾ ਕਿ ਸਭ ਕੁਝ ਭਾਰਤ ਸਰਕਾਰ ਹੀ ਕਿਉਂ ਤੈਅ ਕਰ ਰਹੀ ਏ? ਰਾਜ ਸਰਕਾਰਾਂ ਨੂੰ ਛੋਟ ਕਿਉਂ ਨਹੀਂ ਦਿੱਤੀ ਜਾ ਰਹੀ? ਰਾਜ ਸਰਕਾਰਾਂ ਨੂੰ ਲਾਕਡਾਊਨ ਦੀ ਛੋਟ ਕਿਉਂ ਨਹੀਂ ਮਿਲ ਰਹੀ? ਵਨ ਸਾਈਜ਼ ਡਜ਼ ਨਾਟ ਫਿਟ ਆਲ ਵਰਗੀਆਂ ਗੱਲਾਂ ਕਹੀਆਂ ਜਾਣ ਲੱਗੀਆਂ। ਦਲੀਲ ਇਹ ਦਿੱਤੀ ਗਈ ਕਿ ਸੰਵਿਧਾਨ 'ਚ ਕਿਉਂਕਿ ਸਿਹਤ ਵਿਭਾਗ ਪ੍ਰਮੁੱਖ ਰੂਪ ਨਾਲ ਰਾਜ ਦਾ ਵਿਸ਼ਾ ਏ, ਇਸ ਲਈ ਚੰਗਾ ਏ ਕਿ ਇਹ ਸਭ ਰਾਜ ਹੀ ਕਰਨ। ਇਸ ਲਈ ਇਸ ਦਿਸ਼ਾ ਵਿੱਚ ਇੱਕ ਸ਼ੁਰੂਆਤ ਕੀਤੀ ਗਈ। ਭਾਰਤ ਸਰਕਾਰ ਨੇ ਇੱਕ ਵਿਸਤ੍ਰਿਤ ਗਾਈਡਲਾਈਨ ਬਣਾ ਕੇ ਰਾਜਾਂ ਨੂੰ ਦਿੱਤੀ ਤਾਂ ਕਿ ਰਾਜ ਆਪਣੀ ਜ਼ਰੂਰਤ ਤੇ ਸੁਵਿਧਾ ਅਨੁਸਾਰ ਕੰਮ ਕਰ ਸਕਣ। ਸਥਾਨਕ ਪੱਧਰ ਤੇ ਕੋਰੋਨਾ ਕਰਫਿਊ ਲਗਾਉਣਾ ਹੋਵੇ, ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣੇ ਹੋਣ, ਇਲਾਜ ਨਾਲ ਜੁੜੀ ਵਿਵਸਥਾ ਹੋਵੇ, ਭਾਰਤ ਸਰਕਾਰ ਨੇ ਰਾਜਾਂ ਦੀਆਂ ਇਨ੍ਹਾਂ ਮੰਗਾਂ ਨੂੰ ਸਵੀਕਾਰ ਕੀਤਾ। ਸਾਥੀਓ, ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਦੇ ਅੰਤ ਤੱਕ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਖਾਸ ਕਰ ਕੇਂਦਰ ਸਰਕਾਰ ਦੀ ਦੇਖਰੇਖ 'ਚ ਹੀ ਚੱਲਿਆ। ਸਾਰਿਆਂ ਨੂੰ ਮੁਫਤ ਵੈਕਸੀਨ ਲਗਾਉਣ ਦੀ ਰਾਹ 'ਤੇ ਦੇਸ਼ ਅੱਗੇ ਵਧ ਰਿਹਾ ਸੀ। ਦੇਸ਼ ਦੇ ਨਾਗਰਿਕ ਵੀ ਅਨੁਸ਼ਾਸਨ ਦਾ ਪਾਲਣ ਕਰਦੇ ਹੋਏ ਆਪਣੀ ਵਾਰੀ ਆਉਣ 'ਤੇ ਵੈਕਸੀਨ ਲਗਵਾ ਰਹੇ ਸੀ। ਇਸ ਦਰਮਿਆਨ ਕਈ ਰਾਜ ਸਰਕਾਰਾਂ ਨੇ ਫੇਰ ਕਿਹਾ ਕਿ ਵੈਕਸੀਨ ਦਾ ਕੰਮ ਡੀਸੈਂਟਰਲਾਈਜ਼ ਕੀਤਾ ਜਾਵੇ ਤੇ ਇਸ ਨੂੰ ਰਾਜਾਂ 'ਤੇ ਛੱਡ ਦਿੱਤਾ ਜਾਵੇ। ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਉੱਠੀਆਂ, ਜਿਵੇਂ ਕਿ ਟੀਕਾਕਰਨ ਲਈ ਏਜ ਗਰੁੱਪ ਕਿਉਂ ਬਣਾਏ ਗਏ। ਦੂਜੇ ਪਾਸੇ ਕਿਸੇ ਨੇ ਕਿਹਾ ਕਿ ਉਮਰ ਦੀ ਹੱਦ ਆਖਿਰ ਕੇਂਦਰ ਸਰਕਾਰ ਹੀ ਕਿਉਂ ਤੈਅ ਕਰੇ। ਕੁਝ ਆਵਾਜ਼ਾਂ ਤਾਂ ਅਜਿਹੀਆਂ ਵੀ ਉੱਠੀਆਂ ਕਿ ਬਜ਼ੁਰਗਾਂ ਦਾ ਟੀਕਾਕਰਨ ਪਹਿਲੇ ਕਿਉਂ ਹੋ ਰਿਹਾ ਏ। ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਏ ਗਏ। ਦੇਸ਼ ਦੇ ਮੀਡੀਆ ਦੇ ਇੱਕ ਵਰਗ ਨੇ ਇਸ ਨੂੰ ਮੁਹਿੰਮ ਦੇ ਰੂਪ 'ਚ ਵੀ ਚਲਾਇਆ। ਸਾਥੀਓ, ਕਾਫੀ ਸੋਚ ਵਿਚਾਰ ਦੇ ਬਾਅਦ ਇਸ ਗੱਲ 'ਤੇ ਸਹਿਮਤੀ ਬਣੀ ਕਿ ਰਾਜ ਸਰਕਾਰਾਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਨਾ ਚਾਹੁੰਦੀਆਂ ਨੇ ਤਾਂ ਭਾਰਤ ਸਰਕਾਰ ਕਿਉਂ ਇਤਰਾਜ਼ ਕਰੇ। ਰਾਜਾਂ ਦੀ ਇਸ ਮੰਗ ਨੂੰ ਦੇਖਦੇ ਹੋਏ, ਉਨ੍ਹਾਂ ਦੀ ਬੇਨਤੀ ਨੂੰ ਧਿਆਨ 'ਚ ਰੱਖਦੇ ਹੋਏ 16 ਜਨਵਰੀ ਤੋਂ ਜਿਹੜੀ ਵਿਵਸਥਾ ਚੱਲਦੀ ਆ ਰਹੀ ਸੀ, ਉਹਦੇ 'ਚ ਪ੍ਰਯੋਗ ਦੇ ਤੌਰ ਤੇ ਇੱਕ ਬਦਲਾਅ ਕੀਤਾ ਗਿਆ। ਅਸੀਂ ਸੋਚਿਆ ਕਿ ਰਾਜ ਇਹ ਮੰਗ ਰਹੇ ਨੇ, ਉਨ੍ਹਾਂ ਦਾ ਉਤਸ਼ਾਹ ਏ ਤਾਂ 25% ਕੰਮ ਉਨ੍ਹਾਂ ਨੂੰ ਵੀ ਦਿੱਤਾ ਜਾਵੇ। ਸੁਭਾਵਿਕ ਏ, 1 ਮਈ ਤੋਂ ਰਾਜਾਂ ਨੂੰ 25% ਕੰਮ ਦਿੱਤਾ ਗਿਆ। ਉਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਪਣੇ ਢੰਗ ਨਾਲ ਕੋਸ਼ਿਸ਼ ਕੀਤੀ। ਇੰਨੇ ਵੱਡੇ ਕੰਮ 'ਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਇਹ ਵੀ ਉਨ੍ਹਾਂ ਨੂੰ ਪਤਾ ਚੱਲਿਆ। ਪੂਰੀ ਦੁਨੀਆ 'ਚ ਟੀਕਾਕਰਨ ਦੀ ਕੀ ਸਥਿਤੀ ਏ, ਇਹਦੀ ਸੱਚਾਈ ਤੋਂ ਵੀ ਉਹ ਜਾਣੂ ਹੋਏ ਤੇ ਅਸੀਂ ਦੇਖਿਆ ਕਿ ਇੱਕ ਪਾਸੇ ਮਈ ਤੋਂ ਦੂਜੀ ਲਹਿਰ, ਦੂਜੇ ਪਾਸੇ ਵੈਕਸੀਨ ਲਈ ਲੋਕਾਂ ਦਾ ਵੱਧਦਾ ਰੁਝਾਨ ਤੇ ਤੀਜੇ ਪਾਸੇ ਰਾਜ ਸਰਕਾਰਾਂ ਦੀਆਂ ਮੁਸ਼ਕਲਾਂ। ਮਈ 'ਚ 2 ਹਫ਼ਤੇ ਬੀਤਦੇ ਕੁਝ ਰਾਜ ਖੁੱਲ੍ਹੇ ਮਨ ਨਾਲ ਇਹ ਕਹਿਣ ਲੱਗੇ ਕਿ ਪਹਿਲੀ ਵਾਲੀ ਵਿਵਸਥਾ ਹੀ ਚੰਗੀ ਸੀ। ਹੌਲੀ-ਹੌਲੀ ਇਹਦੇ 'ਚ ਕਈ ਰਾਜ ਸਰਕਾਰਾਂ ਜੁੜਦੀਆਂ ਚਲੀਆਂ ਗਈਆਂ। ਵੈਕਸੀਨ ਦਾ ਕੰਮ ਰਾਜਾਂ 'ਤੇ ਛੱਡਿਆ ਜਾਵੇ। ਜਿਹੜੇ ਇਸ ਦੀ ਵਕਾਲਤ ਕਰਦੇ ਸਨ, ਉਨ੍ਹਾਂ ਦੇ ਵਿਚਾਰ ਵੀ ਬਦਲਣ ਲੱਗੇ। ਇਹ ਇੱਕ ਚੰਗੀ ਗੱਲ ਰਹੀ ਕਿ ਸਮਾਂ ਰਹਿੰਦਿਆਂ ਰਾਜ ਪੁਨਰ ਵਿਚਾਰ ਦੀ ਮੰਗ ਦੇ ਨਾਲ ਫੇਰ ਅੱਗੇ ਆਏ। ਰਾਜਾਂ ਦੀ ਇਸ ਮੰਗ 'ਤੇ ਅਸੀਂ ਵੀ ਸੋਚਿਆ ਕਿ ਦੇਸ਼ ਵਾਸੀਆਂ ਨੂੰ ਤਕਲੀਫ ਨਾ ਹੋਵੇ, ਸੁਚਾਰੂ ਢੰਗ ਨਾਲ ਉਨ੍ਹਾਂ ਦਾ ਟੀਕਾਕਰਨ ਹੋਵੇ। ਇਸ ਲਈ 1 ਮਈ ਤੋਂ ਪਹਿਲਾਂ ਵਾਲੀ ਪੁਰਾਣੀ ਵਿਵਸਥਾ ਨੂੰ ਫੇਰ ਤੋਂ ਲਾਗੂ ਕੀਤਾ ਜਾਵੇ। ਸਾਥੀਓ, ਅੱਜ ਇਹ ਫੈਸਲਾ ਲਿਆ ਗਿਆ ਏ
ਕਿ ਰਾਜਾਂ ਕੋਲੋਂ ਵੈਕਸੀਨੇਸ਼ਨ ਨਾਲ ਜੁੜਿਆ ਜੋ 25% ਕੰਮ ਸੀ, ਉਹਦੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਚੁੱਕੇਗੀ। ਇਹ ਵਿਵਸਥਾ ਆਉਣ ਵਾਲੇ 2 ਹਫ਼ਤਿਆਂ 'ਚ ਲਾਗੂ ਕੀਤੀ ਜਾਵੇਗੀ। ਇਨ੍ਹਾਂ 2 ਹਫ਼ਤਿਆਂ 'ਚ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਨਵੀਂ ਗਾਈਡਲਾਈਨਜ਼ ਅਨੁਸਾਰ ਜ਼ਰੂਰੀ ਤਿਆਰੀਆਂ ਕਰ ਲੈਣਗੀਆਂ। ਸੰਯੋਗਵਸ਼ 2 ਹਫ਼ਤਿਆਂ ਬਾਅਦ 21 ਜੂਨ ਨੂੰ ਹੀ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ। 21 ਜੂਨ ਸੋਮਵਾਰ ਤੋਂ ਦੇਸ਼ ਦੇ ਹਰ ਰਾਜ ਵਿੱਚ 18 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਨਾਗਰਿਕਾਂ ਲਈ ਭਾਰਤ ਸਰਕਾਰ ਰਾਜਾਂ ਨੂੰ ਮੁਫਤ ਵੈਕਸੀਨ ਮੁਹੱਈਆ ਕਰਵਾਏਗੀ। ਵੈਕਸੀਨ ਨਿਰਮਾਤਾਵਾਂ ਤੋਂ ਕੁੱਲ ਵੈਕਸੀਨ ਉਤਪਾਦਨ ਦਾ 75% ਹਿੱਸਾ ਭਾਰਤ ਸਰਕਾਰ ਆਪ ਹੀ ਖਰੀਦ ਕੇ ਰਾਜ ਸਰਕਾਰਾਂ ਨੂੰ ਮੁਫਤ ਦੇਵੇਗੀ। ਯਾਨੀ ਦੇਸ਼ ਦੀ ਕਿਸੇ ਵੀ ਰਾਜ ਸਰਕਾਰ ਨੂੰ ਵੈਕਸੀਨ ਤੇ ਕੁਝ ਵੀ ਖਰਚ ਨਹੀਂ ਕਰਨਾ ਹੋਵੇਗਾ। ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫਤ ਵੈਕਸੀਨ ਮਿਲੀ ਏ। ਹੁਣ 18 ਸਾਲ ਦੀ ਉਮਰ ਦੇ ਲੋਕ ਵੀ ਇਹਦੇ 'ਚ ਜੁੜ ਜਾਣਗੇ। ਸਾਰੇ ਦੇਸ਼ ਵਾਸੀਆਂ ਲਈ ਭਾਰਤ ਸਰਕਾਰ ਹੀ ਮੁਫਤ ਵੈਕਸੀਨ ਉਪਲਬਧ ਕਰਵਾਏਗੀ। ਗਰੀਬ ਹੋਵੇ, ਨਿਮਨ ਮੱਧਮ ਵਰਗ ਹੋਵੇ ਜਾਂ ਫਿਰ ਉੱਚ ਵਰਗ, ਭਾਰਤ ਸਰਕਾਰ ਦੇ ਅਭਿਆਨ 'ਚ ਮੁਫਤ ਵੈਕਸੀਨ ਹੀ ਲਗਾਈ ਜਾਵੇਗੀ। ਹਾਂ, ਜਿਹੜੇ ਵਿਅਕਤੀ ਮੁਫਤ 'ਚ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ, ਪ੍ਰਾਈਵੇਟ ਹਸਪਤਾਲ 'ਚ ਵੈਕਸੀਨ ਲਗਵਾਉਣਾ ਚਾਹੁੰਦੇ ਨੇ, ਉਨ੍ਹਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਦੇਸ਼ 'ਚ ਬਣ ਰਹੀ ਵੈਕਸੀਨ ਵਿੱਚੋਂ 25% ਪ੍ਰਾਈਵੇਟ ਸੈਕਟਰ ਦੇ ਹਸਪਤਾਲ ਸਿੱਧੇ ਤੌਰ 'ਤੇ ਲਿਜਾ ਸਕਣ, ਇਹ ਵਿਵਸਥਾ ਜਾਰੀ ਰਹੇਗੀ। ਪ੍ਰਾਈਵੇਟ ਹਸਪਤਾਲ ਵੈਕਸੀਨ ਦੀ ਨਿਰਧਾਰਿਤ ਕੀਮਤ ਦੇ ਉੱਪਰ ਇੱਕ ਡੋਜ਼ ਤੇ ਵੱਧ ਤੋਂ ਵੱਧ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ। ਇਹਦੀ ਨਿਗਰਾਨੀ ਕਰਨ ਦਾ ਕੰਮ ਰਾਜ ਸਰਕਾਰ ਦੇ ਕੋਲ ਹੀ ਰਹੇਗਾ। ਸਾਥੀਓ, ਸਾਡੇ ਸ਼ਾਸਤਰਾਂ 'ਚ ਕਿਹਾ ਗਿਆ ਏ, ਪ੍ਰਪਾਏ ਆਪੰਦਨਾ ਵਿਅਥਤੇ ਕਦਾਚਿਤ ਉਦਯੋਗਮ ਅਨੁ ਇੱਛਤੀ ਚਾ ਪ੍ਰਮਤਰਾ, ਅਰਥਾਤ ਵਿਜੇਤਾ ਮੁਸੀਬਤ ਆਉਣ 'ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਹਾਰ ਨਹੀਂ ਮੰਨਦੇ, ਬਲਕਿ ਉੱਦਮ ਕਰਦੇ ਨੇ, ਮਿਹਨਤ ਕਰਦੇ ਨੇ ਤੇ ਹਾਲਾਤਾਂ 'ਤੇ ਜਿੱਤ ਹਾਸਲ ਕਰਦੇ ਨੇ। ਕਰੋਨਾ ਨਾਲ ਲੜਾਈ 'ਚ 130 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੇ ਹੁਣ ਤੱਕ ਦਾ ਸਫ਼ਰ ਆਪਸੀ ਸਹਿਯੋਗ, ਦਿਨ-ਰਾਤ ਮਿਹਨਤ ਕਰਕੇ ਤੈਅ ਕੀਤਾ ਏ। ਅੱਗੇ ਵੀ ਸਾਡਾ ਰਸਤਾ ਸਾਡੀ ਮਿਹਨਤ ਤੇ ਸਹਿਯੋਗ ਨਾਲ ਹੀ ਮਜ਼ਬੂਤ ਹੋਵੇਗਾ। ਅਸੀਂ ਵੈਕਸੀਨ ਪ੍ਰਾਪਤ ਕਰਨ ਦੀ ਰਫ਼ਤਾਰ ਵੀ ਵਧਾਵਾਂਗੇ ਤੇ ਵੈਕਸੀਨੇਸ਼ਨ ਅਭਿਆਨ ਨੂੰ ਵੀ ਗਤੀ ਦੇਵਾਂਗੇ। ਸਾਨੂੰ ਇਹ ਯਾਦ ਰੱਖਣਾ ਏ ਕਿ ਭਾਰਤ 'ਚ ਟੀਕਾਕਰਨ ਦੀ ਰਫ਼ਤਾਰ ਅੱਜ ਵੀ ਦੁਨੀਆ ਨਾਲੋਂ ਬਹੁਤ ਤੇਜ਼ ਏ, ਅਨੇਕ ਵਿਕਸਿਤ ਦੇਸ਼ਾਂ ਤੋਂ ਵੀ ਤੇਜ਼ ਏ। ਅਸੀਂ ਜਿਹੜਾ ਤਕਨੀਕੀ ਪਲੇਟਫਾਰਮ ਬਣਾਇਆ ਏ, ਕੋਵਿਨ, ਉਹਦੀ ਵੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਏ। ਅਨੇਕ ਦੇਸ਼ਾਂ ਨੇ ਭਾਰਤ ਦੇ ਇਸ ਪਲੇਟਫਾਰਮ ਨੂੰ ਇਸਤੇਮਾਲ ਕਰਨ 'ਚ ਦਿਲਚਸਪੀ ਦਿਖਾਈ ਏ। ਅਸੀਂ ਸਾਰੇ ਦੇਖ ਰਹੇ ਹਾਂ ਕਿ ਵੈਕਸੀਨ ਦੀ ਇੱਕ ਡੋਜ਼ ਕਿੰਨੀ ਮਹੱਤਵਪੂਰਨ ਏ। ਹਰ ਡੋਜ਼ ਨਾਲ ਇੱਕ ਜ਼ਿੰਦਗੀ ਜੁੜੀ ਹੋਈ ਏ। ਕੇਂਦਰ ਸਰਕਾਰ ਨੇ ਇਹ ਵਿਵਸਥਾ ਵੀ ਬਣਾਈ ਏ ਕਿ ਹਰ ਰਾਜ ਨੂੰ ਕੁਝ ਹਫ਼ਤੇ ਪਹਿਲਾਂ ਹੀ ਦੱਸ ਦਿੱਤਾ ਜਾਏਗਾ ਕਿ ਉਹਨੂੰ ਕਦੋਂ ਕਿੰਨੀ ਡੋਜ਼ ਮਿਲਣ ਵਾਲੀ ਏ। ਮਾਨਵਤਾ ਦੇ ਇਸ ਪਵਿੱਤਰ ਕੰਮ 'ਚ ਵਾਦ-ਵਿਵਾਦ ਤੇ ਰਾਜਨੀਤਿਕ ਖਿੱਚੋਤਾਣ, ਇਹਨੂੰ ਕੋਈ ਵੀ ਚੰਗਾ ਨਹੀਂ ਮੰਨਦਾ ਏ। ਵੈਕਸੀਨ ਦੀ ਉਪਲਬਧਤਾ ਅਨੁਸਾਰ ਪੂਰੇ ਅਨੁਸ਼ਾਸਨ ਨਾਲ ਵੈਕਸੀਨ ਲੱਗਦੀ ਰਹੇ, ਦੇਸ਼ ਦੇ ਹਰ ਨਾਗਰਿਕ ਤੱਕ ਅਸੀਂ ਪਹੁੰਚ ਸਕੀਏ, ਇਹ ਹਰ ਸਰਕਾਰ, ਹਰ ਜਨ ਪ੍ਰਤੀਨਿਧੀ, ਹਰ ਪ੍ਰਸ਼ਾਸਨ ਦੀ ਸਾਮੂਹਿਕ ਜ਼ਿੰਮੇਵਾਰੀ ਏ। ਪਿਆਰੇ ਦੇਸ਼ਵਾਸੀਓ, ਟੀਕਾਕਰਨ ਦੇ ਇਲਾਵਾ ਅੱਜ ਇੱਕ ਹੋਰ ਵੱਡੇ ਫੈਸਲੇ ਨਾਲ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ। ਪਿਛਲੇ ਸਾਲ ਜਦੋਂ ਕਰੋਨਾ ਕਾਰਨ ਲਾਕਡਾਊਨ ਲਗਾਉਣਾ ਪਿਆ ਸੀ ਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ 8 ਮਹੀਨੇ ਤੱਕ 80 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਮੁਫਤ ਰਾਸ਼ਨ ਦੀ ਵਿਵਸਥਾ ਦੇਸ਼ ਨੇ ਕੀਤੀ ਸੀ। ਇਸ ਸਾਲ ਵੀ ਦੂਜੀ ਲਹਿਰ ਕਾਰਨ ਮਈ ਤੇ ਜੂਨ ਲਈ ਇਸ ਯੋਜਨਾ ਦਾ ਵਿਸਥਾਰ ਕੀਤਾ ਗਿਆ ਏ। ਅੱਜ ਸਰਕਾਰ ਨੇ ਫੈਸਲਾ ਲਿਆ ਏ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੁਣ ਦੀਵਾਲੀ ਤੱਕ ਅੱਗੇ ਵਧਾਇਆ ਜਾਵੇਗਾ। ਮਹਾਮਾਰੀ ਦੇ ਇਸ ਸਮੇਂ 'ਚ ਸਰਕਾਰ ਗਰੀਬ ਦੀ ਹਰ ਜ਼ਰੂਰਤ ਦੇ ਨਾਲ ਉਹਦਾ ਸਾਥੀ ਬਣ ਕੇ ਖੜੀ ਏ। ਯਾਨੀ ਨਵੰਬਰ ਤੱਕ 80 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਹਰ ਮਹੀਨੇ ਤੈਅ ਮਾਤਰਾ 'ਚ ਮੁਫਤ ਅਨਾਜ ਉਪਲਬਧ ਹੋਵੇਗਾ।
ਇਸ ਕੋਸ਼ਿਸ਼ ਦਾ ਮਕਸਦ ਇਹੀ ਹੈ ਕਿ ਮੇਰੇ ਕਿਸੇ ਵੀ ਗਰੀਬ ਭੈਣ ਭਰਾ ਨੂੰ, ਉਹਦੇ ਪਰਿਵਾਰ ਨੂੰ ਭੁੱਖਾ ਨਾ ਸੌਣਾ ਪਵੇ। ਸਾਥੀਓ, ਦੇਸ਼ 'ਚ ਹੋ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਦਰਮਿਆਨ ਕਈ ਖੇਤਰਾਂ 'ਚੋਂ ਵੈਕਸੀਨ ਨੂੰ ਲੈ ਕੇ ਭਰਮ ਤੇ ਅਫਵਾਹਾਂ ਦੀ ਜਾਣਕਾਰੀ ਚਿੰਤਾ ਵਧਾਉਂਦੀ ਏ। ਇਹ ਚਿੰਤਾ ਵੀ ਮੈਂ ਤੁਹਾਡੇ ਸਾਹਮਣੇ ਵਿਅਕਤ ਕਰਨਾ ਚਾਹੁੰਦਾ ਹਾਂ। ਜਦੋਂ ਤੋਂ ਭਾਰਤ 'ਚ ਵੈਕਸੀਨ 'ਤੇ ਕੰਮ ਸ਼ੁਰੂ ਹੋਇਆ, ਉਦੋਂ ਤੋਂ ਹੀ ਕੁਝ ਲੋਕਾਂ ਦੁਆਰਾ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਜਿਨ੍ਹਾਂ ਨਾਲ ਆਮ ਲੋਕਾਂ ਦੇ ਮਨ 'ਚ ਸ਼ੰਕਾ ਪੈਦਾ ਹੋਵੇ। ਕੋਸ਼ਿਸ਼ ਇਹ ਵੀ ਹੋਈ ਕਿ ਭਾਰਤ ਦੇ ਵੈਕਸੀਨ ਨਿਰਮਾਤਾਵਾਂ ਦਾ ਹੌਸਲਾ ਪਸਤ ਹੋ ਜਾਏ ਤੇ ਉਨ੍ਹਾਂ ਸਾਹਮਣੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ। ਜਦੋਂ ਭਾਰਤ ਦੀ ਵੈਕਸੀਨ ਆਈ ਤਾਂ ਕਈ ਤਰੀਕਿਆਂ ਨਾਲ ਸ਼ੰਕਾ-ਅਸ਼ੰਕਾ ਨੂੰ ਹੋਰ ਵਧਾਇਆ ਗਿਆ। ਵੈਕਸੀਨ ਨਾ ਲਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰਕ ਪ੍ਰਚਾਰਿਤ ਕੀਤੇ ਗਏ। ਇਨ੍ਹਾਂ ਨੂੰ ਵੀ ਦੇਸ਼ ਵੇਖ ਰਿਹਾ ਏ। ਜੋ ਲੋਕ ਵੀ ਵੈਕਸੀਨ ਨੂੰ ਲੈ ਕੇ ਆਸ਼ੰਕਾ ਪੈਦਾ ਕਰ ਰਹੇ ਨੇ, ਅਫਵਾਹਾਂ ਫੈਲਾ ਰਹੇ ਨੇ, ਉਹ ਭੋਲੇ-ਭਾਲੇ ਭੈਣ-ਭਰਾਵਾਂ ਦੇ ਜੀਵਨ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ। ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਸਤਰਕ ਰਹਿਣ ਦੀ ਜ਼ਰੂਰਤ ਏ। ਮੈਂ ਵੀ ਆਪ ਸਭ ਨੂੰ, ਸਮਾਜ ਦੇ ਪ੍ਰਬੁੱਧ ਲੋਕਾਂ ਨੂੰ, ਨੌਜਵਾਨਾਂ ਨੂੰ ਅਨੁਰੋਧ ਕਰਦਾ ਹਾਂ ਕਿ ਤੁਸੀਂ ਵੀ ਵੈਕਸੀਨ ਨੂੰ ਲੈ ਕੇ ਜਾਗਰੂਕਤਾ ਵਧਾਉਣ 'ਚ ਸਹਿਯੋਗ ਕਰੋ। ਅਜੇ ਕਈ ਥਾਵਾਂ 'ਤੇ ਕਰੋਨਾ ਕਰਫਿਊ 'ਚ ਢਿੱਲ ਦਿੱਤੀ ਜਾ ਰਹੀ ਏ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਵਿੱਚੋਂ ਕਰੋਨਾ ਚਲਾ ਗਿਆ ਏ। ਸਾਨੂੰ ਸਾਵਧਾਨ ਵੀ ਰਹਿਣਾ ਏ ਤੇ ਕਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਵੀ ਸਖਤੀ ਨਾਲ ਪਾਲਣਾ ਕਰਦੇ ਰਹਿਣਾ ਏ। ਮੈਨੂੰ ਪੂਰਾ ਵਿਸ਼ਵਾਸ ਏ, ਅਸੀਂ ਸਭ ਕਰੋਨਾ ਤੋਂ ਜਿੱਤਾਂਗੇ। ਭਾਰਤ ਕਰੋਨਾ ਤੋਂ ਜਿੱਤੇਗਾ। ਇਨ੍ਹਾਂ ਸ਼ੁਭ ਕਾਮਨਾਵਾਂ ਦੇ ਨਾਲ ਹੀ ਬਹੁਤ-ਬਹੁਤ ਧੰਨਵਾਦ।